कूच अध्याय 10। यहोवा ने मूसा ਨੂੰ ਆਖਿਆ, ਫਿਰੌਨ ਕੋਲ ਜਾ ਕਿਉਂ ਜੋ ਮੈਂ ਉਸਦੇ ਮਨ ਨੂੰ ਔਰ ਉਸਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ, ਤਾਂ ਜੋ ਮੈਂ ਆਪਣੀ ਇਹ ਨਿਸ਼ਾਨ ਉਹਨਾਂ ਦੇ ਵਿੱਚ ਵਿਖਾਵਾਂ। ਇਸ ਲਈ ਜੋ ਤੂੰ ਆਪਣੇ ਪੁੱਤਰ ਔਰ ਆਪਣੇ ਪੋਤਰੇ ਦੇ ਕੰਨਾਂ ਵਿੱਚ ਪਾਇਆ ਕਰੇ, ਜੋ ਸ਼ਕਤੀ ਮੈਂ ਮਿਸਰ ਉੱਤੇ ਕੀਤੀ ਔਰ ਮੇਰੇ ਨਿਸ਼ਾਨ ਜਿਹੜੇ ਮੈਂ ਉਹਨਾਂ ਵਿੱਚ ਵਿਖਾਈਆਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾ ਹਾਂ। ਸੋ ਮੂਸਾ ਅਤੇ ਹਾरून ਨੇ ਫਿਰੌਨ ਦੇ ਕੋਲ ਜਾ ਕੇ ਉਸ ਨੂੰ ਆਖਿਆ, ਯਹੋਵਾ ਇਬਰਾਨੀਆਂ ਦਾ ਪਰਮੇਸ਼ਰ ਯੂ ਫਰਮਾਉਂਦਾ ਹੈ ਭਈ, ਕਦ ਤੱਕ ਤੂੰ ਮੇਰੇ ਅੰਗ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਗਾ। ਮੇਰੀ ਪ੍ਰਜਾ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰੇ। ਨਹੀਂ ਤਾਂ ਜੇ ਤੂੰ ਮੇਰੀ ਪ੍ਰਜਾ ਨੂੰ ਕੱਲਣ ਤੋਂ ਮੁੱਕਰ ਜਾਵੇਗਾ, ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਸਲਾਹ ਲਿਆ ਰਿਹਾ ਹਾਂ। ਉਹ ਧਰਤੀ ਦੀ ਪਰਤ ਨੂੰ ਯੂੰ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸਕੇਗਾ, ਔਰ ਉਹ ਉਸ ਬਖੀਏ ਨੂੰ ਜਿਹੜਾ ਤੁਹਾਡੇ ਲਈ ਗੜੀਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ, ਔਰ ਉਹ ਸਾਰੀਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਜੂ ਵਿੱਚ ਉੱਗੇ ਹਨ ਖਾ ਜਾਵੇਗੀ, ਅਤੇ ਤੇਰੇ ਘਰ, ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ। ਇਤੋਂ ਤਾਈ ਪਈ ਨਾ ਤੇਰੇ ਪਿਤਰਾਂ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਉਹ ਜ਼ਮੀਨ ਉੱਤੇ ਹੋਏ ਅੱਜ ਦੇ ਦਿਨ ਤੱਕ ਵੇਖਿਆ, ਤਾਂ ਉਹ ਮੁੜ ਕੇ ਫਿਰੌਨ ਨੂੰ ਕੋਲੋਂ ਬਾਹਰ ਨਿਕਲ ਗਿਆ। ਤਦ ਫਿਰੌਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੱਕ ਸਾਡੇ ਲਈ ਇੱਕ ਫਾਹੀ ਹੋਵੇਗਾ? ਉਹਨਾਂ ਮਨੁੱਖਾਂ ਨੂੰ ਜਾਣ ਦਿਓ, ਤਾਂ ਜੋ ਉਹ ਯਹੋਵਾ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰਨ। ਅਜੇ ਤੱਕ ਤੁਸਾਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ। ਤਾਂ ਮੂਸਾ ਅਤੇ ਹਾरून ਫਿਰੌਨ ਨੂੰ ਕੋਲ ਮੁੜ ਲਿਆਉਂਦੇ ਗਏ। ਉਸਨੇ ਉਹਨਾਂ ਨੂੰ ਆਖਿਆ, ਜਾਓ ਔਰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ। ਪਰ ਜਾਣ ਵਾਲੇ ਕਿਹੜੇ ਕਿਹੜੇ ਹਨ? ਮੂਸਾ ਆਖਿਆ, ਅਸੀਂ ਆਪਣੇ ਜਵਾਨਾਂ ਨਾਲ ਆਪਣੇ ਬੁੱਢਿਆਂ ਨਾਲ ਜਾਵਾਂਗੇ, ਅਸੀਂ ਆਪਣੇ ਪੁੱਤਰਾਂ ਨਾਲ, ਆਪਣੀਆਂ ਧੀਆਂ ਨਾਲ, ਆਪਣੇ ਇੱਜੜਾਂ ਨਾਲ, ਆਪਣੇ ਵੱਗਾਂ ਨਾਲ ਜਾਵਾਂਗੇ, ਕਿਉਂਕਿ ਸਾਡੇ ਲਈ ਯਹੋਵਾ ਦਾ ਪਰਬ ਹੈ। ਤਾਂ ਉਸਨੇ ਉਹਨਾਂ ਨੂੰ ਆਖਿਆ, ਯੂੰ ਯਹੋਵਾ ਤੁਹਾਡੇ ਸੰਗ ਹੋਵੇ, ਜਿਵੇਂ ਮੈਂ ਤੁਹਾਨੂੰ ਔਰ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ। ਵੇਖ ਲਵੋ, ਬੁਰਾਈ ਤੁਹਾਡੇ ਅੱਗੇ ਹੈ, ਯੂੰ ਨਹੀਂ, ਪਰ ਤੁਸੀਂ ਮਨਕ ਜਾਓ ਔਰ ਯਹੋਵਾ ਦੀ ਉਪਾਸਨਾ ਕਰੋ, ਕਿਉਂ ਜੋ ਯਹੋ ਹੀ ਤੁਸੀਂ ਲੋੜਦੇ ਹੋ। ਸੋ ਉਹ ਫਿਰੌਨ ਦੇ ਅੱਗੇ ਧੱਕੇ ਗਏ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣੇ ਹੱਥ ਮਿਸਰ ਦੀ ਧਰਤੀ ਉੱਤੇ ਸਲਾਹ ਲਈ ਪਸਾਰ, ਤਾਂ ਜੋ ਉਹ ਮਿਸਰ ਦੀ ਧਰਤੀ ਉੱਤੇ ਆਵੇ ਔਰ ਉਹ ਧਰਤੀ ਦਾ ਸਾਰਾ ਸਾਗ ਪੱਤ ਜਿਹੜਾ ਗੜੀਆਂ ਤੋਂ ਬਚ ਰਿਹਾ ਹੈ ਛੱਟ ਜਾਵੇ। ਮੂਸਾ ਨੇ ਆਪਣਾ ਡਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ, ਤਾਂ ਯਹੋਵਾ ਨੇ ਉਹ ਸਾਰੇ ਦਿਨ ਔਰ ਸਾਰੀ ਰਾਤ ਉਸ ਧਰਤੀ ਉੱਤੇ ਪੂਰੇ ਦੀ ਹਵਾ ਵਗਾਈ। ਜਾਂ ਸਵੇਰਾ ਹੋਇਆ ਤਾਂ ਪੂਰੇ ਦੀ ਹਵਾ ਸਲਾਹ ਲੈ ਆਈ, ਔਰ ਸਲਾਹ ਸਾਰੇ ਮਿਸਰ ਦੇਸ਼ ਉੱਤੇ ਚੜ ਆਇਆ, ਔਰ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉਤਰ ਪਈ, ਅਤੇ ਇੰਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜਿਹੀ ਸਲਾਹ ਨਹੀਂ ਆਈ ਸੀ, ਔਰ ਨਾ ਇਸ ਤੋਂ ਪਿੱਛੇ ਫਿਰ ਕਦੀ ਆਵੇਗੀ। ਸੋ ਉਹ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਹਨੇਰਾ ਹੋ ਗਿਆ। ਉਸ ਧਰਤੀ ਦਾ ਸਾਰਾ ਸਾਗ ਪੱਤ ਛੱਟ ਲਿਆ, ਨਾਲੇ ਬਿਰਛਾਂ ਦਾ ਸਾਰਾ ਫਲ ਜਿਹੜਾ ਗੜੀਆਂ ਤੋਂ ਬਚ ਗਿਆ ਸੀ, ਔਰ ਮਿਸਰ ਦੇ ਸਾਰੇ ਦੇਸ਼ ਵਿੱਚ ਬਿਰਛਾਂ ਅਤੇ ਖੇਤਾਂ ਦੇ ਸਾਗ ਪੱਤ ਉੱਤੇ ਕੋਈ
ਹਰਿਆਈ ਨਾ ਰਹੀ ਤਾਂ ਫਿਰੌਨ ਨੇ ਛੇਤੀ ਨਾਲ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾ ਤੁਹਾਡਾ ਪਰਮੇਸ਼ਰ ਦਾ ਔਰ ਤੁਹਾਡਾ ਪਾਪ ਕੀਤਾ ਹੈ। ਹੁਣ ਤੂੰ ਮੇਰਾ ਪਾਪ ਨਿਰਾ ਐਤਕੀ ਦੀ ਵਾਰ ਮਾਫ ਕਰ ਔਰ ਯਹੋਵਾ ਆਪਣੇ ਪਰਮੇਸ਼ਰ ਦੇ ਕੋਲ ਸਿਫਾਰਿਸ਼ ਕਰ ਕਿ ਉਹ ਕੇਵਲ ਇਸ ਮੌਤ ਨੂੰ ਮੈਥੋਂ ਹਟਾਵੇ। ਤਾਂ ਉਹ ਫਿਰੌਨ ਦੇ ਕੋਲੋਂ ਨਿਕਲ ਗਿਆ ਔਰ ਯਹੋਵਾ ਦੇ ਅੱਗੇ ਸਿਫਾਰਿਸ਼ ਕੀਤੀ। ਤਾਂ ਯਹੋਵਾ ਨੇ ਪਿੱਛੋਂ ਵੱਲੋਂ ਬਹੁਤ ਤੇਜ਼ ਹਵਾ ਮੋੜੀ, ਜਿਸ ਸਲਾਹ ਨੂੰ ਚੁੱਕ ਕੇ ਲਾਲ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਵੀ ਸਲਾਹ ਨਾ ਰਹੀ। ਪਰ ਯਹੋਵਾ ਨੇ ਫਿਰੌਨ ਦਾ ਮਨ ਕਠੋਰ ਹੋਣ ਦਿੱਤਾ ਔਰ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਆਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ਼ ਵਿੱਚ ਹਨੇਰਾ ਹੋ ਜਾਵੇ, ਅਜਿਹਾ ਹਨੇਰਾ ਜਿਹੜਾ ਟੋਹਿਆ ਜਾਵੇ। ਤਾਂ ਮੂਸਾ ਨੇ ਆਪਣਾ ਹੱਥ ਆਕਾਸ਼ ਵੱਲ ਪਸਾਰਿਆ ਔਰ ਮਿਸਰ ਦੇ ਸਾਰੇ ਦੇਸ਼ ਵਿੱਚ 3 ਦਿਨ ਹਨੇਰ ਕੁੱਪ ਰਿਹਾ। ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਔਰ ਨਾ ਕੋਈ 3 ਦਿਨ ਤੱਕ ਆਪਣੇ ਥਾਂ ਤੋਂ ਉੱਠਿਆ, ਪਰ ਸਾਰੇ ਇਸਰਾਏਲੀਆਂ ਦੀਆਂ ਟਿਕਾਣਿਆਂ ਵਿੱਚ ਚਾਨਣਾ ਸੀ। ਤਦ ਫਿਰੌਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਔਰ ਯਹੋਵਾ ਦੀ ਉਪਾਸਨਾ ਕਰੋ, ਕੇਵਲ ਤੁਹਾਡੇ ਇੱਜੜ ਔਰ ਤੁਹਾਡੇ ਵਗ ਰਹਿ ਜਾਣ ਔਰ ਤੁਹਾਡੇ ਨਿਆਣੇ ਵੀ ਨਾਲ ਜਾਣ। ਤਾਂ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚੋਂ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ, ਤਾਂ ਜੋ ਅਸੀਂ ਯਹੋਵਾ ਆਪਣੇ ਪਰਮੇਸ਼ਰ ਲਈ ਚੜਾਈਏ। ਤਾਂ ਸਾਡੇ ਪਸ਼ੂ ਵੀ ਸਾਡੇ ਨਾਲ ਜਾਣਗੇ, ਇੱਕ ਕੁਰ ਵੀ ਪਿੱਛੇ ਨਾ ਰਹੇਗਾ, ਕਿਉਂ ਜੋ ਉਹਨਾਂ ਦੇ ਵਿੱਚੋਂ ਹੀ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਲਈ ਲਵਾਂਗੇ। ਅਤੇ ਜਦ ਤੱਕ ਉੱਤੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾ ਦੀ ਉਪਾਸਨਾ ਕਰਨੀ ਹੈ। ਪਰ ਯਹੋਵਾ ਨੇ ਫਿਰੌਨ ਦੇ ਮਨ ਨੂੰ ਕਠੋਰ ਹੋਣ ਦਿੱਤਾ, ਉਸਨੇ ਨਾ ਚਾਹਿਆ ਕਿ ਉਹ ਜਾਣ। ਤਾਂ ਫਿਰੌਨ ਨੇ ਉਸਨੂੰ ਆਖਿਆ, ਮੇਰੇ ਕੋਲੋਂ ਨਿਕਲ ਜਾ ਔਰ ਧਿਆਨ ਰੱਖ ਤੂੰ ਫਿਰ ਕਦੀ ਮੇਰਾ ਮੂੰਹ ਨਾ ਵੇਖੀ, ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਗਾ ਤੂੰ ਮਰੇਗਾ। ਤਾਂ ਮੂਸਾ ਨੇ ਆਖਿਆ, ਤੂੰ ਠੀਕ ਬੋਲਿਆ ਹੈ, ਮੈਂ ਫਿਰ ਕਦੀ ਤੇਰਾ ਮੂੰਹ ਨਾ ਵੇਖਾਂਗਾ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 23। ਦਾਊਦ ਯਿਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ ਜੋ ਉੱਚਾ ਕੀਤਾ ਗਿਆ ਸੀ, ਜੋ ਯਾਕੂਬ ਦੇ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਅਤੇ ਇਸਰਾਏਲ ਵਿੱਚ ਰਸੀਲਾ ਕਵਿਸਰ ਸੀ। ਯਹੋਵਾ ਦਾ ਆਤਮਾ ਮੇਰੇ ਵਿੱਚੋਂ ਬੋਲਿਆ ਅਤੇ ਉਹਦਾ ਵਚਨ ਮੇਰੀ ਜੀਭ ਉੱਤੇ ਸੀ। ਇਸਰਾਏਲ ਦੇ ਪਰਮੇਸ਼ਰ ਨੇ ਆਖਿਆ, ਇਸਰਾਏਲ ਦੀ ਚਟਾਨ ਮੈਨੂੰ ਬੋਲੀ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ਰ ਦੇ ਭਉ ਨਾਲ ਰਾਜ ਕਰਦਾ ਹੈ, ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿਕਲਦਾ ਹੀ ਹੈ। ਅਜਿਹੇ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ ਅਤੇ ਖਾ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉਗਦਾ ਹੈ। ਭਾਵੇਂ ਮੇਰਾ ਘਰ ਪਰਮੇਸ਼ਰ ਦੇ ਅੱਗੇ ਇਸ ਡੋਲਦਾ ਨਹੀਂ, ਤਾਂ ਵੀ ਉਹਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰੀਆਂ ਗੱਲਾਂ ਵਿੱਚ ਠੀਕ ਠਾਕ ਔਰ ਪੱਕਾ ਹੈ। ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ। ਭਲਾ ਉਹ ਉਸਨੂੰ ਸਫਲ ਨਾ ਕਰੇਗਾ, ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਗੂ ਲਾਂਬੇ ਸੁੱਟ ਜਾਣਗੇ, ਕਿਉਂ ਜੋ ਉਹ ਹੱਥਾਂ ਨਾਲ ਫੜੇ ਨਹੀਂ ਜਾਂਦੇ, ਪਰ ਜੋ ਮਨੁੱਖ ਉਹਨਾਂ ਨੂੰ ਛੋਇਆ ਜਾਹੇ ਤਾਂ ਲੋੜੀਦਾ ਹੈ, ਜੋ ਲੋਹੇ ਦਾ ਬਰਛੀ ਦੇ ਫਲ ਨੂੰ ਵਰਤੇ ਅਤੇ ਉਹ ਉੱਤੇ ਹੀ ਅੱਗ ਨਾਲ ਸਾੜੇ ਜਾਣਗੇ। ਦਾਊਦ ਦੇ ਸੂਰਮੇ ਇਹ ਹਨ, ਪਹਿਲਾਂ ਤਾਂ ਤਾਖਮੋਨੀ, ਯੋਸੇਫ, ਬਸਬਤ, ਉਹ ਸਰਦਾਰਾਂ ਵਿੱਚੋਂ
ਵੱਡਾ ਸੀ, ਉਹ ਹੀ ਅਦੀਨੋ ਜੋ ਅੱਜ ਨਹੀਂ ਸਦਾਉਂਦਾ ਸੀ, ਉਸੇ ਨੇ ਹੀ ਆਟਾ ਸੋਵਾਂ ਉੱਤੇ ਬਰਛੀ ਚਲਾਈ ਅਤੇ ਉਹਨਾਂ ਨੂੰ ਇੱਕੋ ਵਾਰ ਵੱਢ ਸੁੱਟਿਆ। ਉਹਦੇ ਪਿੱਛੇ ਦੋਦੀ ਦਾ ਪੁੱਤਰ ਅਲਾਜ਼ਾਰ, ਅਹੋਹੀ ਦਾ ਪੁੱਤਰ, ਇਹ ਉਹਨਾਂ ਤਿੰਨਾਂ ਸੂਰਮਿਆਂ ਵਿੱਚੋਂ ਸੀ ਜੋ ਦਾਊਦ ਦੇ ਨਾਲ ਚੜੇ ਸਨ ਜਿਸ ਵੇਲੇ ਉਸਨੇ ਉਹਨਾਂ ਫਲਿਸਤੀਆਂ ਨੂੰ ਜੋ ਯੁੱਧ ਕਰਨ ਨੂੰ ਇਕੱਠੇ ਹੋਏ ਸਨ ਵੰਗਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚਲੇ ਗਏ ਸਨ। ਸੋ ਉਸ ਦਿਨ ਉਸਨੇ ਉੱਠ ਕੇ ਫਲਿਸਤੀਆਂ ਨੂੰ ਮਾਰਿਆ, ਇੱਥੋਂ ਤੀਕਰ ਜੋ ਉਹਦਾ ਹੱਥ ਤੱਕ ਗਿਆ ਅਤੇ ਉਹਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾ ਨੇ ਉਸ ਦਿਨ ਵੱਡੀ ਜਿੱਤ ਲੈ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਨਿਰੇ ਲੁੱਟਣ ਲਈ ਹੀ ਮੁੜ ਆਏ। ਉਸੇ ਦਿਨ ਪਿੱਛੋਂ ਹਰਾਰੀ ਅੱਗੇ ਦਾ ਪੁੱਤਰ ਸਮਾ ਸੀ, ਜਿਸ ਵੇਲੇ ਫਲਿਸਤੀ ਇੱਕ ਪਹਿਲੀ ਵਿੱਚ ਜਿੱਤੇ ਮਸਰ ਭੇਜੇ ਹੋਏ ਸਨ, ਪੱਟੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫਲਿਸਤੀਆਂ ਦੇ ਅੱਗੇ ਨੱਸ ਗਏ। ਉਹ ਉਸ ਪਹਿਲੀ ਦੇ ਵਿਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫਲਿਸਤੀਆਂ ਨੂੰ ਵੱਢ ਸੁੱਟਿਆ। ਸੋ ਯਹੋਵਾ ਨੇ ਵੱਡੀ ਜਿੱਤ ਲੈ ਦਿੱਤੀ। ਉਹਨਾਂ 30 ਮੁਖੀਆਂ ਵਿੱਚੋਂ 3 ਨਿਕਲ ਗਏ ਅਤੇ ਅਦੁੱਲਮ ਦੀ ਗੁਫਾ ਨੂੰ ਵਾੜਿਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫਲਿਸਤੀਆਂ ਦੇ ਦਲ ਨੇ ਰਫਾਇਮ ਦੀ ਕੰਢ ਵਿੱਚ ਤੰਬ ਲਾਏ ਸਨ ਤਾਂ ਦਾਊਦ ਉਸ ਵੇਲੇ ਇੱਕ ਕੋਟ ਵਿੱਚ ਸੀ ਅਤੇ ਫਿਲਿਸਤੀਆਂ ਦਾ ਪਹਿਰਾ ਬੈਤਲਹੇਮ ਦੇ ਵਿੱਚ ਸੀ। ਅਤੇ ਦਾਊਦ ਨੇ ਤਰਸਦੀਆਂ ਹੋਈਆਂ ਆਖਿਆ, ਕਾਸ਼ ਕੀ ਕੋਈ ਮਨੁੱਖ ਉਸ ਖੂਹ ਦਾ ਜੋ ਬੈਤਲਹੇਮ ਦੇ ਫਾਟਕ ਕੋਲ ਹੈ ਇੱਕ ਘੁੱਟ ਪਾਣੀ ਦਾ ਮੈਨੂੰ ਪਿਲਾਵੇ। ਤਾਂ ਉਹਨਾਂ ਤਿੰਨਾਂ ਨੇ ਫਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹੇਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ, ਪਰ ਉਸਨੇ ਨਾ ਪੀਤਾ, ਸਗੋਂ ਯਹੋਵਾ ਦੇ ਅੱਗੇ ਡੋਲ ਦਿੱਤਾ ਅਤੇ ਉਸਨੇ ਆਖਿਆ, ਹੇ ਯਹੋਵਾ, ਇਹੋ ਜਿਹਾ ਕਰਨਾ ਮੈਥੋਂ ਪਰੇ ਹੋਵੇ, ਕਿਉਂ ਜੋ ਇਹ ਉਹਨਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਗਏ। ਸੋ ਉਸਨੇ ਉਹਦੇ ਪੀਣ ਵੱਲੋਂ ਨਾ ਕੀਤੀ। ਉਹਨਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ ਅਤੇ ਸਰੂਯਾ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ੈ ਵੀ ਤਿੰਨਾਂ ਵਿੱਚੋਂ ਮੁਖੀਆ ਸੀ। ਉਸਨੇ 300 ਉੱਤੇ ਫਰਜੀ ਚਲਾਈ ਅਤੇ ਉਹਨਾਂ ਨੂੰ ਵੱਢ ਸੁੱਟਿਆ ਜੋ ਤਿੰਨਾਂ ਵਿੱਚੋਂ ਨਾਮੀ ਬਣਿਆ। ਉਹ ਤਾਂ ਤਿੰਨਾਂ ਵਿੱਚੋਂ ਸਭਨਾਂ ਨਾਲੋਂ ਵੱਡਾ ਪਤਵਾਲਾ ਸੀ, ਤਦ ਉਹ ਉਹਨਾਂ ਦਾ ਸਰਦਾਰ ਬਣਿਆ, ਪਰ ਉਹਨਾਂ ਪਹਿਲੀਆਂ ਤਿੰਨਾਂ ਵਰਗਾ ਨਹੀਂ ਸੀ। ਯਹੋਯਾਦਾ ਪੁੱਤਰ ਬਨਾਇਆ ਗਬਜ਼ਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸਨੇ ਕਈ ਵੱਡੇ ਕੰਮ ਕੀਤੇ ਸਨ। ਉਸਨੇ ਮੋਆਬ ਦੇ 2 ਸਿੰਘ ਵਰਗੇ ਜਵਾਨਾਂ ਨੂੰ ਮਾਰ ਸੁੱਟਿਆ ਅਤੇ ਬਰਜ ਦੇ ਦਿਨੀ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ ਅਤੇ ਉਸਨੇ ਇੱਕ ਦਰਸ਼ਨੀ ਮਿਸਰੀ ਨੂੰ ਵੱਢ ਸੁੱਟਿਆ। ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਜੀ ਸੀ, ਪਰ ਉਹ ਲਾਠੀ ਲੈ ਕੇ ਉਹਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਪਰਜੀ ਖੋਲ ਲਈ ਔਰ ਉਸੇ ਦੀ ਬਰਜੀ ਨਾਲ ਉਹਨੂੰ ਮਾਰਿਆ। ਯਹੋਯਾਦਾ ਦੇ ਪੁੱਤਰ ਬਨਾਇਆ ਨੇ ਇਹ ਕੰਮ ਕੀਤੇ ਅਤੇ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ। ਉਹ ਉਹਨਾਂ 30 ਵਿੱਚ ਵਧਿਕ ਪਤਵਾਲਾ ਸੀ, ਪਰ ਉਹ ਉਹਨਾਂ ਪਹਿਲਾਂ ਤਿੰਨਾਂ ਵਰਗਾ ਨਹੀਂ ਸੀ ਔਰ ਦਾਊਦ ਨੇ ਉਸ ਨੂੰ ਆਪਣੇ ਸਰਫਕਾਸ ਦੀਆਂ ਉੱਤੇ ਠਹਿਰਾਇਆ। ਯੋਆਬ ਦਾ ਭਰਾ ਆਸਾਹੇਲ ਉਹਨਾਂ 30 ਵਿੱਚੋਂ ਸੀ। ਨਾਲੇ ਬੈਤਲਹੇਮੀ ਦੋਦੋ ਦਾ ਪੁੱਤਰ ਅਲਾਨਾਨ, ਸਮੂਆ ਹਰੋਦੀ ਔਰ ਅਲੀਕਾ ਹਰੋਦੀ, ਹਲਮ, ਪਲਟੀ ਅਤੇ
इकेस तकोई दा पुत्र ईरा अबीअजर अंदोती मबुन्नई हुज़ाबी सलोमोन अहोही ते महरई नटोफाती बाआना दा पुत्र हेलेब इक नटोफाती ते रीबई दा पुत्र एतई जो बेन्यामीनिया विचों गिबिया तो सी बनाया पिरातोनी ते गाज दिया नदियां तो हिद्दै अबी अल्बोन अरबाती ते अजमावत बरूमी अल अहबा सेलबोनी ते यासेन दे पुत्र तो योनतान सम्मा हरारी ते सरार अरारी दा पुत्र अहियाम उस माकाती दा पोत्रा अहस बई दा पुत्र अली फल्ट ते अहितोफल गिलोनी दा पुत्र अलियाम हजरई हरमली ते पैरई अरबी सोबाब तो नातान दा पुत्र इगाल ते बानी गादी सलक अमोनी ते टहरे पैरोती जो सरुया दे पुत्र योयाब दे शस्त्र चुकन वाले सन ईरा इतरी ते गारेब इतरी उरिया हित्ती सारे 37 खन। जबरान दी पोती अध्याय 28। हे यहोवा मैं तेनों पुकारांगा, हे मेरी चट्टान मेरी नाल चुप ना रहो। मते जे तू मेतों चुप वट लवें तां मैं उन्ना वर्गा हो जावां जेड़े कोर विच उतरदे हन। मेरी अरजोई दी आवाज सुन ले जद मैं तेरी दुहाई देवां अते अपने हत्थ तेरे पवित्र स्थान दी विचली कोटड़ी वल उठावां। बुरियारा और कुकरमियां दे नाल मैनू ना तू जेड़े अपने गुआंढी नाल शांत दियां गल्लां बोलदे हन पर उन्हां दे मन विच बदी है। उन्हां दी कार दे अनुसार सगों उन्हां दी बदकारी दे अनुसार उन्हां नू दे। उन्हां दे हत्थां दे काम अनुसार उन्हां नू दे। उन्हां दी कीती उन्हां उत्ते पा दे इस करके कि वो यहोवा दे काम नू अते ओदे हत्थां दे कारजां उत्ते गो नहीं करदे। ओ उन्हां नू ढाहेगा अते उन्हां नू उसारेगा ना। यहोवा मुबारक है क्यों जो उसने मेरिया अर्जोइयां दी आवाज सुनी है। यहोवा मेरा बल अते मेरी ढाल है, मेरे मन ने उस उत्ते भरोसा रखिया है अते मेरी सहायता होई है। इसलिए मेरा मन मौज माणदा है अते मैं अपनी गीत नाल उसदा धन्नवाद करांगा। यहोवा उन्हां दा बल है अते वो अपने मसा कीते होए दे लई बचाव दा गढ़ है। अपनी प्रजा नू बचा अते अपने विरसे नू बरकत दे। उन्हां दी पालना कर अते उन्हां नू सदा चुकी रख। लूका दी इंजील अध्याय 5। यूं होया कि जां लोक ओदे उत्ते डिगदे अते परमेश्वर दा वचन सुनदे सन तां गनसरेत दी झील दे कंढे खड़ा सी अते ओने झील दे कंढे 2 बेड़ियां लंघियां होइयां वेखियां पर माछी उन्हां विचों निकल के अपने जालां नू धो रहे सन। उसने उन्हां बेड़ियां विचों इक ते जो समयून दी सी छड़ के उस तो चाया जो कंडियों रतीक हटा ले तां ओ बैठ के बेड़ी उत्ते लोकां नू उपदेश देन लगा। जां वो वचन कर हटिया तां समयून नू कहा भई डूंगे पानी विच ले चलो अते शिकार ले अपनी चाल पावो। समयून ने उत्तर दिता कि स्वामी जी असां सारी रात मेहनत कीती पर कुछ ना फड़िया तद भी तेरे आखन नाल चाल पावांगा। जां उन्हां ये कीता तां बहुत सारियां मच्छियां घेर लईयां अते उन्हां दे जाल टुटन लगे। तद उन्हां अपने सांझियां नू जेड़े दूजी बेड़ी उत्ते सन सैनत कीती जो आन के साड़ी मदद करो। सो वो आए और दोवें बेड़ियां अजिहियां पर लईयां जो डुबन
ਲੱਗੀਆਂ। ਸਮਿਉਨ ਪਤਰਸ ਇਹ ਵੇਖ ਕੇ ਯੀਸ਼ੂ ਦੇ ਪੈਰੀ ਪਿਆ ਅਤੇ ਬੋਲਿਆ, ਪ੍ਰਭੂ ਜੀ, ਮੇਰੇ ਕੋਲੋਂ ਚੱਲਿਆ ਜਾ, ਕਿਉਂ ਜੋ ਮੈਂ ਪਾਪੀ ਬੰਦਾ ਹਾਂ। ਇੰਨੀ ਮੱਛੀ ਫੜਨ ਕਰਕੇ ਉਹ ਅਤੇ ਉਹਦੇ ਨਾਲ ਦੇ ਸਭੇ ਹੈਰਾਨ ਹੋਏ ਅਤੇ ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ, ਜੋ ਸਮਿਉਨ ਦੇ ਸਾਂਝੀ ਸਨ, ਹੈਰਾਨ ਹੋਏ। ਤਦ ਯੀਸ਼ੂ ਨੇ ਸਮਿਉਨ ਨੂੰ ਆਖਿਆ, ਨਾ ਡਰ, ਇਹਦੋਂ ਅੱਗੇ ਤੋਂ ਮਨੁੱਖਾਂ ਦਾ ਸ਼ਿਕਾਰੀ ਹੋਵੇਗਾ। ਤਦ ਉਹ ਆਪਣੀਆਂ ਬੇੜੀਆਂ ਕੰਡੇ ਲਿਆਏ ਅਤੇ ਸਭੋ ਕੁਝ ਛੱਡ ਕੇ ਉਹਦੇ ਮਗਰ ਹੋ ਤੁਰੇ। ਤਾਂ ਯੂੰ ਹੋਇਆ ਕਿ ਉਹ ਇੱਕ ਨਗਰ ਵਿੱਚ ਸੀ, ਤਾਂ ਵੇਖੋ ਇੱਕ ਮਨੁੱਖ ਕੋੜ ਦਾ ਭਰਿਆ ਹੋਇਆ ਉੱਤੇ ਸੀ ਅਤੇ ਉਹ ਯੀਸ਼ੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਔਰ ਉਸਦੇ ਅੱਗੇ ਬੇਨਤੀ ਕਰਕੇ ਕਿਹਾ, ਪ੍ਰਭੂ ਜੀ, ਜੇ ਤੂੰ ਚਾਹੇ ਤਾਂ ਮੈਨੂੰ ਸੁੱਧ ਕਰ ਸਕਦਾ ਹੈ। ਤਾਂ ਉਸਨੇ ਹੱਥ ਲੰਮਾ ਕਰਕੇ ਉਹਨੂੰ ਛੋਇਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸੁੱਧ ਹੋ ਜਾ। ਔਰ ਝੱਟ ਉਹਦਾ ਕੋੜ ਜਾਂਦਾ ਰਿਹਾ। ਤਾਂ ਉਸਨੇ ਉਹਨੂੰ ਹੁਕਮ ਕੀਤਾ, ਭਈ ਕਿਸੇ ਨੂੰ ਨਾ ਦੱਸੀ, ਪਰ ਜਾ ਕੇ ਆਪਣੇ ਤਾਈ ਜਾਜਕ ਨੂੰ ਵਿਖਾ ਔਰ ਆਪਣੇ ਸੁੱਧ ਹੋਣ ਦੀ ਭੇਟ ਚੜਾ, ਜਿਵੇਂ ਮੂਸਾ ਨੇ ਠਹਿਰਾਇਆ ਹੈ, ਤਾਂ ਜੋ ਉਹਨਾਂ ਲਈ ਸਾਖੀ ਹੋਵੇ। ਪਰ ਉਸਦੀ ਚਰਚਾ ਵਧੇਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਂਦਗੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ। ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ। ਇੱਕ ਦਿਨ ਯੂੰ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ, ਤਾਂ ਕਈ ਫਰੀਸੀ ਅਤੇ ਤੁਰੇਤ ਦੇ ਪੜਾਉਣ ਵਾਲੇ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦੀਆ ਅਤੇ ਯਰੂਸ਼ਲਮ ਤੋਂ ਆਏ ਸਨ, ਉੱਤੇ ਬੈਠੇ ਔਰ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਹਦੇ ਨਾਲ ਸੀ। ਔਰ ਵੇਖੋ, ਲੋਕ ਇੱਕ ਮਨੁੱਖ ਨੂੰ, ਜਿਹੜਾ ਅਧਰੰਗੀ ਸੀ, ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹਨੂੰ ਅੰਦਰ ਲੈ ਜਾ ਕੇ ਉਸਦੇ ਅੱਗੇ ਰੱਖਣ। ਔਰ ਜਾਂ ਉਹਨਾਂ ਨੇ ਭੀੜ ਦੇ ਕਾਰਨ ਉਹਨੂੰ ਅੰਦਰ ਲੈ ਜਾਣ ਦਾ ਕੋਈ ਢੰਗ ਨਾ ਵੇਖਿਆ, ਤਾਂ ਕੋਠੇ ਉੱਤੇ ਚੜ੍ਹ ਗਏ ਅਤੇ ਕਪਰੇਲਾਂ ਦੇ ਵਿੱਚ ਦੀ ਉਹਨੂੰ ਮੰਜੀ ਸਣੇ ਯੀਸ਼ੂ ਅੱਗੇ ਵਿਚਕਾਰ ਲਮਕਾ ਦਿੱਤਾ ਅਤੇ ਉਸਨੇ ਉਹਨਾਂ ਦੀ ਨੇਚਾ ਵੇਖ ਕੇ ਕਿਹਾ, ਮਨੁੱਖਾ, ਤੇਰੇ ਪਾਪ ਤੈਨੂੰ ਮਾਫ ਹੋਏ। ਤਾਂ ਗ੍ਰੰਥੀ ਔਰ ਫਰੀਸੀ ਵਿਚਾਰ ਕਰਨ ਲੱਗੇ, ਭਈ ਇਹ ਕੌਣ ਹੈ ਜਿਹੜਾ ਕੁਫਰ ਬਕਦਾ ਹੈ? ਇੱਕ ਪਰਮੇਸ਼ਰ ਬਿਨਾ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ? ਪਰ ਯੀਸ਼ੂ ਨੇ ਉਹਨਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ? ਕਿਹੜੀ ਗੱਲ ਸੁਖਾਲੀ ਹੈ? ਇਹ ਕਹਿਣਾ ਜੋ ਤੇਰੇ ਪਾਪ ਤੈਨੂੰ ਮਾਫ ਹੋਏ, ਜਾਂ ਇਹ ਕਹਿਣਾ ਭਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਉਸਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਔਰ ਆਪਣੀ ਮੰਜੀ ਚੁੱਕ ਕੇ ਘਰ ਚਲਿਆ ਜਾ। ਤਾਂ ਉਹ ਝੱਟ ਉਹਨਾਂ ਦੇ ਸਾਹਮਣੇ ਉੱਠਿਆ ਔਰ ਜਿਸ ਉੱਤੇ ਪਿਆ ਸੀ ਉਹਨੂੰ ਚੁੱਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਚਲਿਆ ਗਿਆ। ਅਤੇ ਉਹ ਸਭੇ ਵੱਡੇ ਹੈਰਾਨ ਹੋ ਕੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ ਔਰ ਅੰਤ ਬਹਿਮਾਨ ਹੋ ਕੇ ਬੋਲੇ ਕਿ ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ। ਇਹਦੇ ਪਿੱਛੋਂ ਉਹ ਬਾਹਰ ਗਿਆ ਔਰ ਲੇਵੀ ਨਾਂ ਦੇ ਇੱਕ ਮਸੂਲੀਏ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ। ਤਾਂ ਉਹ ਸਭੇ ਕੁਝ ਛੱਡ ਕੇ ਉੱਠਿਆ ਅਤੇ ਉਸਦੇ ਪਿੱਛੇ ਹੋ ਤੁਰਿਆ। ਔਰ ਲੇਵੀ ਨੇ ਆਪਣੇ ਘਰ ਉਸਦੀ ਖਾਤਰ ਵੱਡੀ ਦਾਵਤ ਕੀਤੀ ਔਰ ਉਤੇ
ਮਸੂਲੀਆਂ ਅਤੇ ਹੋਰਨਾਂ ਦੀ ਜੋ ਉਹਨਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ। ਫਰੀਸੀ ਔਰ ਉਹਨਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ, ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਨਵੇਂ ਨਰੋਈਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ। ਅੱਗੇ ਉਹਨਾਂ ਉਸ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਬੇਨਤੀ ਕਰਦੇ ਹਨ ਔਰ ਇਸੇ ਤਰ੍ਹਾਂ ਨਾਲ ਫਰੀਸੀਆਂ ਦੇ ਵੀ, ਪਰ ਤੇਰੇ ਚੇਲੇ ਖਾਂਦੇ ਪੀਂਦੇ ਹਨ। ਯਿਸੂ ਨੇ ਉਹਨਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ ਤੁਸੀਂ ਉਹਨਾਂ ਤੋਂ ਵਰਤ ਰੱਖਾ ਸਕਦੇ ਹੋ? ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਕੋਲੋਂ ਅੱਡ ਕੀਤਾ ਜਾਵੇਗਾ, ਤਦ 19 ਦਿਨ ਉਹ ਵਰਤ ਰੱਖਣਗੇ। ਅਤੇ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ, ਪਈ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਨਵੇਂ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਨਾਲ ਸਜਣੀ ਵੀ ਨਹੀਂ। ਔਰ ਨਵੀਂ ਮੈਂ ਪੁਰਾਣੀਆਂ ਮਸਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਨਵੀਂ ਮੈਂ ਮਸਕਾਂ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸਕਾਂ ਦਾ ਵੀ ਨਾਸ ਹੋ ਜਾਵੇਗਾ। ਪਰ ਨਵੀਂ ਮੈਂ ਨਵੀਂ ਮਸਕਾਂ ਵਿੱਚ ਭਰਨੀ ਚਾਹੀਦੀ ਹੈ ਅਤੇ ਪੁਰਾਣੀ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ, ਕਿਉਂ ਜੋ ਉਹ ਕਹਿੰਦਾ ਹੈ ਭਈ ਪੁਰਾਣੀ ਚੰਗੀ ਹੈ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 10, ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਸਲਾਹ ਅਤੇ ਅਨੇਰੀ ਦੀ ਬਵਾ ਨੂੰ ਮਿਸਰ ਵਿੱਚ ਕੱਲਦਾ ਅਤੇ ਫਿਰੌਨ ਦੇ ਟਹਿਲਵਾ ਫਿਰੌਨ ਨੂੰ ਆਖਦੇ ਹੈ ਕਿ ਇਹਨਾਂ ਬਵਾਂ ਦੇ ਕਾਰਨ ਆਪਣੇ ਦੇਸ਼ ਬਰਬਾਦ ਹੋ ਚੁੱਕੀ ਹੈ, ਇਸ ਕਾਰਨ ਉਹਨਾਂ ਨੂੰ ਜਾਣ ਦੇ। ਜਦ ਫਿਰੌਨ ਮੂਸਾ ਅਤੇ ਹਾਰੂਨ ਨੂੰ ਸੱਦ ਕੇ ਪੁੱਛਦਾ ਹੈ ਕਿ ਤੁਸੀਂ ਕੌਣ ਜਾਵੋਗੇ, ਤਾਂ ਹਾਰੂਨ ਅਤੇ ਮੂਸਾ ਆਖਦੇ ਹੈ ਕਿ ਅਸੀਂ ਸਾਰੇ ਆਪਣੇ ਮਾਲ ਡੰਗਰ ਸਣੇ ਆਪਣੇ ਟੱਬਰ ਸਣੇ ਜਾਵਾਂਗੇ। ਤਾਂ ਫਿਰੌਨ ਦਾ ਮਨ ਕਠੋਰ ਹੁੰਦਾ, ਇਸ ਕਾਰਨ ਉਹ ਉਹਨਾਂ ਨੂੰ ਜਾਣ ਨਹੀਂ ਦਿੰਦਾ। ਕਿਉਂਕਿ ਇਸ ਵਿੱਚ ਆਪਾਂ ਵੇਖਦੇ ਹਾਂ ਕਿ ਇੱਕ ਗੱਲ ਫਿਰੌਨ ਮੂਸਾ ਨੂੰ ਆਖਦਾ ਹੈ ਕਿ ਇਸ ਤੋਂ ਬਾਅਦ ਤੂੰ ਮੇਰੇ ਮੂੰਹ ਨੂੰ ਕਦੇ ਨਹੀਂ ਵੇਖੇਗਾ, ਤੇ ਮੂਸਾ ਕਹਿੰਦਾ ਹੈ ਕਿ ਤੂੰ ਸਹੀ ਕਹਿੰਦਾ ਹੈ, ਕਿਉਂਕਿ ਫਿਰੌਨ ਨੂੰ ਪਰਮੇਸ਼ਰ ਮਾਰਨਾ ਚਾਹੁੰਦਾ ਹੈ, ਜਿਨੇ ਪਰਮੇਸ਼ਰ ਦੇ ਲੋਕਾਂ ਨੂੰ ਗੁਲਾਮੀ ਦੇ ਵਿੱਚ ਦਬਾ ਕੇ ਰੱਖ ਰੱਖਿਆ ਸੀ, ਉਹਨੂੰ ਪਰਮੇਸ਼ਰ ਚਾਹੁੰਦਾ ਸੀ ਕਿ ਨਾਸ ਕਰਨ। ਇਸ ਲਈ ਪਰਮੇਸ਼ਰ ਉਹਦੇ ਮਨ ਨੂੰ ਬਾਰ-ਬਾਰ ਕਠੋਰ ਕਰਦਾ। ਦੂਸਰੇ ਸਾਮੂਏਲ ਦੀ ਕਿਤਾਬ ਅਧਿਆਇ 23 ਦੇ ਵਿੱਚ ਆਪਾਂ ਵੇਖਦੇ ਹਾਂ ਦਾਊਦ ਪਰਮੇਸ਼ਰ ਦੀ ਉਸਤਤ ਕਰਦਾ। ਇਸ ਕਾਰਨ ਉਹ ਉਸਤਤ ਕਰਦਾ ਹੈ ਕਿ ਪਰਮੇਸ਼ਰ ਉਹਦੀ ਜ਼ਿੰਦਗੀ ਦੇ ਵਿੱਚ ਚਟਾਨ ਬਣ ਕੇ ਉਹਦੇ ਆਫਤਾਂ ਦੇ ਵਿੱਚ ਪਰਮੇਸ਼ਰ ਉਹਦਾ ਛੁਟਕਾਰਾ ਬਣ ਕੇ ਰਿਹਾ। ਦਾਊਦ ਦੇ ਟਹਿਲਵਾਂ ਦੇ ਪ੍ਰਤੀ ਵੀ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਉਹਨਾਂ ਨੂੰ ਪਰਮੇਸ਼ਰ ਇੱਕ ਦੂਸਰੇ ਨਾਲੋਂ ਵੱਧ ਸੂਰਬੀਰ ਬਣਾ ਕੇ ਰੱਖ ਰੱਖਿਆ ਸੀ। ਪਰਮੇਸ਼ਰ ਦਾਊਦ ਨੂੰ ਹਰ ਵਿਰੋਧੀ ਤੋਂ ਛੁਟਕਾਰਾ ਦੇਣਾ ਚਾਹੁੰਦਾ ਸੀ। ਇਸ ਕਾਰਨ ਦਾਊਦ ਕੋਲ ਇਹੋ ਜਿਹੀਆਂ ਟਹਿਲਵਾਂ ਨੂੰ ਸੇਵਾ ਲਈ ਕੱਲ ਰੱਖਿਆ ਸੀ ਕਿ ਉਹ ਆਪਣੀ ਜਾਨ ਤੱਕ ਵੀ ਪਰਵਾਹ ਨਾ ਕਰਨ ਵਾਲੇ ਬਣ ਕੇ ਰਹਿੰਦੇ ਸੀ। ਜਦ ਦਾਊਦ ਯਰੂਸ਼ਲਮ ਦੇ ਬੈਤਲਹੇਮ ਦੇ ਵਿੱਚ ਉਸ ਪਾਣੀ ਉੱਤੇ ਆਸ ਰੱਖ
ਬੈਠਾ ਸੀ, ਉਸ ਪਾਣੀ ਨੂੰ ਦਾਊਦ ਨੂੰ ਪਿਲਾਉਣ ਲਈ ਆਪਣੀ ਜਾਨ ਨੂੰ ਆਪਣੇ ਹੱਥਾਂ ਦੀ ਤਲੀ ਵਿੱਚ ਰੱਖ ਕੇ ਉਹ ਫਿਲਿਸਤੀਆਂ ਦੇ ਉਸ ਝੁੰਡ ਵਿੱਚ ਜਾ ਕੇ ਉਸ ਖੂਹ ਤੋਂ ਪਾਣੀ ਕੱਢ ਕੇ ਲੈ ਆਂਦੇ ਤਾਂ ਕਿ ਦਾਊਦ ਪੀਣ। ਪਰ ਦਾਊਦ ਉਹਨ ਨਹੀਂ ਪੀਂਦਾ, ਕਿਉਂਕਿ ਉਹਨੂੰ ਪਤਾ ਸੀ ਇਹ ਉਹਨਾਂ ਮਨੁੱਖਾਂ ਦੀ ਲਹੂ ਦੀ ਬਰਾਬਰ ਹੈ। ਇਹੋ ਜਿਹੀਆਂ ਟਹਿਲੂਆਂ ਨੂੰ ਪਰਮੇਸ਼ਰ ਦਾਊਦ ਲਈ ਕੱਲ ਰੱਖਿਆ ਸੀ, ਕਿਉਂਕਿ ਦਾਊਦ ਨੂੰ ਪਰਮੇਸ਼ਰ ਹਮੇਸ਼ਾ ਸੁਖ ਹਾਲ ਦੇ ਵਿੱਚ, ਜਿੱਤ ਪ੍ਰਾਪਤ ਦੇ ਵਿੱਚ ਹੀ ਰੱਖਣਾ ਚਾਹੁੰਦਾ ਸੀ। ਦਾਊਦ ਜ਼ਬੂਰ 28 ਦੇ ਵਿੱਚ ਲਿਖਦਾ ਹੈ ਕਿ ਕਤਰੇ ਦੇ ਸਮਾਂ ਦੇ ਵਿੱਚ ਮੈਂ ਪਰਮੇਸ਼ਰ ਉੱਤੇ ਹੀ, ਸਿਰਫ ਪਰਮੇਸ਼ਰ ਉੱਤੇ ਹੀ ਭਰੋਸਾ ਰੱਖਦੇ ਹੋਏ ਉਹਨੂੰ ਪੁਕਾਰਿਆ, ਉਹਨੇ ਮੈਨੂੰ ਬਚਾਇਆ ਕਰਕੇ। ਦਾਊਦ ਕੋਲ ਬਤੇਰੇ ਸੂਰਮੇ ਪਹਿਲਵਾ ਬਣ ਕੇ, ਸੈਨਾ ਬਣ ਕੇ ਰਹਿੰਦੇ ਹੋਏ ਵੀ ਦਾਊਦ ਨੇ ਪਰਮੇਸ਼ਰ ਉੱਤੇ ਭਰੋਸਾ ਰੱਖਦੇ ਹੋਏ ਪਰਮੇਸ਼ਰ ਦੇ ਸਨਮੁਖ ਆਪਣੇ ਅਰਜ਼ੋਈ ਨੂੰ ਦੱਸਦਾ ਰਿਹਾ ਅਤੇ ਉਹਦੇ ਅਰਜ਼ੋਈ ਦਾ ਉੱਤਰ ਉਹਨੂੰ ਮਿਲਦਾ ਰਿਹਾ। ਲੂਕਾ ਦੀ ਇੰਜੀਲ ਅਧਿਆਇ 5 ਦੇ ਵਿੱਚ ਆਪਾਂ ਵੇਖਦੇ ਹਾਂ ਯਿਸੂ ਮਸੀਹ ਸਾਈਮਨ ਪਤਰਸ ਅਤੇ ਉਹਦੇ ਨਾਲ ਦਿਆਂ ਨੂੰ ਬੇੜੀ ਭਰ ਕੇ ਮੱਛੀਆਂ ਨੂੰ ਦੇਣ ਤੋਂ ਬਾਅਦ ਆਖਦਾ ਹੈ ਕਿ ਤੁਸੀਂ ਇਹਨਾਂ ਸਾਰੇ ਚੀਜ਼ਾਂ ਨੂੰ ਛੱਡ ਕੇ ਮੇਰੇ ਮਗਰ ਹੋ ਤੁਰ। ਤਾਂ ਉਹ ਬਰਕਤਾਂ ਨੂੰ ਛੱਡ ਕੇ ਪਰਮੇਸ਼ਰ ਦੇ ਪਿੱਛੇ, ਯਿਸੂ ਮਸੀਹ ਦੇ ਪਿੱਛੇ ਤੁਰਦੇ। ਇੱਕ ਕੋੜੀ ਯਿਸੂ ਮਸੀਹ ਕੋਲ ਇਹ ਕਹਿੰਦਾ ਹੈ ਕਿ ਜੇ ਤੇਰੀ ਮਰਜ਼ੀ ਹੋਣ ਤਾਂ ਮੈਨੂੰ ਸੁੱਧ ਕਰ। ਉਹ ਇਹ ਦੁਆ ਕਰ ਸਕਦਾ ਕਿ ਮੈਂ ਬਹੁਤ ਸਾਲੋਂ ਇਸ ਬਿਮਾਰ ਤੋਂ ਪਰੇਸ਼ਾਨ ਹਾਂ, ਤੂੰ ਮੈਨੂੰ ਠੀਕ ਕਰਕੇ। ਪਰ ਉਹਨੇ ਉਹਦਾ ਪ੍ਰਾਰਥਨਾ ਨਹੀਂ ਕੀਤਾ ਅਤੇ ਉਹ ਕਹਿੰਦਾ ਹੈ ਜੇ ਤੇਰੀ ਮਰਜ਼ੀ ਹੋਵੇ ਤਾਂ। ਇੱਕ ਹੋਰ ਗੱਲ ਆਪਾਂ ਵੇਖਦੇ ਹਾਂ, ਇੱਕ ਅਧਰੰਗੀ ਬਿਮਾਰ ਵਾਲਾ ਬੰਦਾ ਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਕੁਝ ਲੋਕ ਚੁੱਕ ਕੇ ਲੈ ਆਂਦੇ। ਪ੍ਰਭੂ ਯਿਸੂ ਮਸੀਹ ਉਹਨਾਂ ਦੀ ਨੇਚਰ ਨੂੰ ਵੇਖ ਕੇ ਉਸ ਬੰਦੇ ਨੂੰ ਮਾਫ ਕਰਦਾ ਅਤੇ ਉਹਨੂੰ ਛੁਟਕਾਰਾ ਦਿੰਦਾ। ਅਤੇ ਫਰੀਸੀ ਪ੍ਰਭੂ ਯਿਸੂ ਮਸੀਹ ਕੋਲ ਪੁੱਛਦੇ ਹੈ ਕਿ ਤੇਰੇ ਚੇਲੇ ਕਿਉਂ ਵਰਤ ਨਹੀਂ ਰੱਖਦੇ। ਪ੍ਰਭੂ ਯਿਸੂ ਮਸੀਹ ਆਖਦਾ ਹੈ ਕਿ ਅੱਜ ਮੇਰੇ ਚੇਲਿਆਂ ਦੇ ਵਰਤ ਰੱਖਣ ਦੀ ਕੋਈ ਲੋੜ ਨਹੀਂ। ਜਿਸ ਦਿਨ ਉਹਨਾਂ ਦੇ ਲਾੜਾ ਉਹਨਾਂ ਤੋਂ ਲੈ ਲਿਆ ਜਾਵੇਗਾ ਉਦੋਂ ਉਹ ਵਰਤ ਰੱਖਣਗੇ। ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪ੍ਰਭੂ ਪਰਮੇਸ਼ਰ ਆਪਾਂ ਨੂੰ ਇਹ ਸਿਖਾਉਂਦਾ ਹੈ ਕਿ ਜਿਹਨੂੰ ਪਰਮੇਸ਼ਰ ਬਚਾਉ ਲਈ ਚੁਣਦਾ ਹੈ ਉਹੀ ਬਚ ਕੇ ਰਹੇਗਾ। ਜਿਹਨੂੰ ਪਰਮੇਸ਼ਰ ਸਜ਼ਾ ਦੇ ਲਈ ਚੁਣਦਾ ਹੈ ਉਹ ਸਦਾ ਸਜ਼ਾ ਨੂੰ ਭੋਗਦਾ ਹੀ ਰਹੇਗਾ। ਪ੍ਰਭੂ ਦੀ ਮਰਜ਼ੀ ਹੀ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੂਰੀ ਹੁੰਦੀ ਹੈ ਕਰਕੇ ਉਸ ਤੋਂ ਉਰਾਂ ਪਰਾਂ ਕੋਈ ਵੀ ਗੱਲ ਕਿਸੇ ਵੀ ਮਨੁੱਖ ਉੱਤੇ ਨਹੀਂ ਵਾਪਰਦਾ। ਸੋ ਪ੍ਰਭੂ ਦੇ ਪਿਆਰਿਓ, ਜੇ ਆਪਾਂ ਪ੍ਰਭੂ ਪਰਮੇਸ਼ਰ ਕੋਲ ਆਪਣੇ ਓਕੇ ਵੇਲੇ ਪ੍ਰਾਰਥਨਾ ਦੁਆ ਇਸ ਪ੍ਰਕਾਰ ਕਰੇ ਕਿ ਜੇ ਤੇਰੀ ਮਰਜ਼ੀ ਹੋਣ ਤਾਂ ਤੂੰ ਸਾਡੇ ਨਾਲ ਇਦਾਂ ਕਰ, ਤਾਂ ਉਹ ਦਇਆ ਦਾ ਸਾਗਰ ਹੈ, ਤੁਹਾਨੂੰ ਅਤੇ ਮੈਨੂੰ ਆਪਣੇ ਪ੍ਰਾਰਥਨਾ ਦੀ ਉੱਤਰਾਂ ਨੂੰ ਦੇ ਕੇ ਬਚਾਵੇਗਾ। ਸੋ ਆਪਾਂ ਆਪਣੇ ਆਪ ਨੂੰ ਪ੍ਰਭੂ ਦੀ ਮਰਜ਼ੀ ਲਈ ਸੌਂਪੀਏ। ਇਹਨਾਂ ਸਾਰੇ ਬਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।